ਪਿਆਰੇ ਦਰਸ਼ਕੋ, ਜੈ ਐਮਸੀ ਦੀ ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਦਾ ਪ੍ਰਤੀਫਲ ਜ਼ਰੂਰ ਪਾਓਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਚੌਥੇ ਅਧਿਆਇ ਦਾ ਅਧਿਐਨ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਰਾਜਾ ਨਬੂਕਦਨੇਸਰ ਦੇ ਸੁਪਨੇ ਬਾਰੇ ਗੱਲਬਾਤ ਕਰ ਰਹੇ ਸੀ। ਇਸ ਦੇ ਵਿੱਚ ਅਸੀਂ ਸੁਪਨੇ ਦੇ ਕਾਰਨ ਨੂੰ ਜਾਣਿਆ। ਅਸੀਂ ਜਾਣਿਆ ਕਿ ਇੱਕ ਸਰਵ-ਵਿਆਪਕ ਘੋਸ਼ਣਾ ਸੀ। ਅਸੀਂ ਜਾਣਿਆ ਕਿ ਇਹ ਇੱਕ ਵਿਅਕਤੀਗਤ ਕਥਨ ਸੀ। ਅਸੀਂ ਜਾਣਿਆ ਕਿ ਇਹ ਇੱਕ ਉਤਸ਼ਾਹੀ ਕਥਨ ਸੀ। ਇਸ ਤੋਂ ਬਾਅਦ ਅਸੀਂ ਸੁਪਨੇ ਦੀ ਪ੍ਰਾਪਤੀ, ਸੁਪਨੇ ਦੀ ਪੁਨਰਵ੍ਰਿਤੀ ਦੇ ਬਾਰੇ ਜਾਣਿਆ। ਦੋਸਤੋ, ਇਸ ਦੇ ਬਾਕੀ ਹਿੱਸੇ ਨੂੰ ਅੱਜ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਪੂਰਾ ਕਰਾਂਗੇ। ਤਾਂ ਫਿਰ ਆਓ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹੋਏ ਸੁਣਦੇ ਹਾਂ ਇਹ ਮਸੀਹੀ ਭਜਨ। मैं जद चुप रहा तद मेरी हड्डियां, मैं जद चुप रहा तद मेरी हड्डियां कराहते होए सारा दिन खुल गया, कराहते हुए सारा दिन खुल गया। ओ तन जी दे बख्शे गए सब गुनाह, ढके गए सारे औगुण सदा।
ਪਿਛਲੇ ਪ੍ਰੋਗਰਾਮ ਦਾ ਹਿੱਸਾ ਅਸੀਂ ਇਸ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਵਿੱਚ ਬਣੇ ਰਹੋ। ਨਜ਼ਰ ਸਵਰਗ ਦੇ ਬਾਰੇ ਕੁਝ ਨਹੀਂ ਜਾਣਦਾ ਸੀ। ਇਸ ਲਈ ਸਵਰਗ ਤੋਂ ਇਹ ਦੂਤ ਇੱਕ ਆਦੇਸ਼ ਲੈ ਕੇ ਆਇਆ। ਐਤ 17 ਵੱਲ ਧਿਆਨ ਕਰੋ। ਇਹ ਹੁਕਮ ਰਾਖਿਆ ਦੇ ਫੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਵਚਨਾਂ ਤੋਂ ਹੈ, ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹਨੂੰ ਉਹ ਦਿੰਦਾ ਹੈ, ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ। ਅਤੇ ਐਤ 24 ਇਸ ਦੀ ਵਿਆਖਿਆ ਕਰਦੇ ਹੋਏ ਦਾਨੀਅਲ ਕੋਲੋਂ ਇਹ ਅਖਵਾਉਂਦੀ ਹੈ, ਉਹ ਰਾਜਾ ਇਹ ਅਤ ਮਹਾਨ ਦਾ ਫੈਸਲਾ ਹੈ। ਇਸ ਲਈ ਸਵਰਗਦੂਤ ਪਰਮੇਸ਼ਰ ਦਾ ਪ੍ਰਤੀਨਿਧੀ ਹੈ। ਇਹ ਸਵਰਗਦੂਤ ਪਰਮੇਸ਼ਰ ਦਾ ਆਦੇਸ਼ ਲੈ ਕੇ ਹੇਠਾਂ ਆਉਂਦਾ ਹੈ ਅਤੇ ਆਖਦਾ ਹੈ, ਇਹ ਵੱਡਾ ਰੁੱਖ ਕੱਟਣ ਜਾ ਰਿਹਾ ਹੈ। ਇਹ ਰੁੱਖ ਕੱਟ ਦਿੱਤਾ ਜਾਏਗਾ ਅਤੇ ਇਹਦੀਆਂ ਸ਼ਾਖਾਂ ਡਿੱਗ ਜਾਣਗੀਆਂ। ਸਾਰੇ ਪੰਛੀ ਉੱਡ ਜਾਣਗੇ ਅਤੇ ਸਾਰੇ ਦਰਿੰਦੇ ਇਸ ਤੋਂ ਦੂਰ ਚਲੇ ਜਾਣਗੇ ਅਤੇ ਇੱਕ ਚੀਜ਼ ਹੀ ਬਚੇਗੀ ਜੋ ਪਰਮੇਸ਼ਰ ਦਾ ਦੰਡ ਹੈ। ਐਤ 15 ਦੱਸਦੀ ਹੈ, ਪਰ ਉਹਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ, ਸਗੋਂ ਲੋਹੇ ਤੇ ਪਿੱਤਲ ਦੇ ਸਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਆਕਾਸ਼ ਦੇ ਤਰੇ ਨਾਲ ਤਰ ਹੋਵੇ ਅਤੇ ਉਹਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। ਤੁਸੀਂ ਵੇਖਿਆ ਉਸ ਦੇ ਬਾਰੇ ਕੀ ਫਰਮਾਨ ਹੈ। ਉਸ ਨੂੰ ਸਵਰਗ ਦੀ ਤਰੇਲ ਥੱਲੇ ਰਹਿਣ ਦਿਓ ਅਤੇ ਉਸ ਨੂੰ ਧਰਤੀ ਦੇ ਘਾਹ ਦੇ ਪਸ਼ੂਆਂ ਨਾਲ ਰਹਿਣ ਦਿਓ। ਉਸ ਦੇ ਮਨੁੱਖੀ ਦਿਲ ਨੂੰ ਪਸ਼ੂਆਂ ਦੇ ਦਿਲ ਵਾਂਗੂ ਕਰ ਦਿਓ ਅਤੇ ਉਸ ਉੱਤੇ 7 ਸਮੇਂ ਬੀਤ ਜਾਣ। ਇਹ 7 ਸਮੇਂ ਕੀ ਹਨ? 7 ਸਮੇਂ 7 ਸਾਲ ਨੂੰ ਦਰਸਾਉਂਦੇ ਹਨ। ਇਹ ਹੀ ਕਲੇਸ਼ ਦਾ ਸਮੇਂ ਹੈ। ਇਸ ਦੇ ਅੱਧੇ ਕਿੰਨੇ ਹੁੰਦੇ ਹਨ? 3.5 ਸਾਲ। ਇਹ ਇੱਕ ਭਵਿੱਖਬਾਣੀ ਹੈ ਜੋ ਉਸ ਦੇ ਸੁਪਨੇ ਦੇ ਅਨੁਸਾਰ ਪੂਰੀ ਹੋਣ ਜਾ ਰਹੀ ਹੈ। 7 ਸਾਲ। ਨੰਬਰ 4, ਸੁਪਨੇ ਦਾ ਪ੍ਰਕਾਸ਼ਨ। ਦਾਨੀਅਲ 4 ਅਧਿਆਏ 19 ਵਚਨ ਤੋਂ ਲੈ ਕੇ 27 ਵਚਨਾਂ ਤੱਕ। ਹੁਣ ਅਸੀਂ ਐਤ 19 ਤੋਂ 27 ਵਿੱਚ ਅਸੀਂ ਦੇਖਾਂਗੇ ਸੁਪਨੇ ਦਾ ਪ੍ਰਕਾਸ਼ਨ। ਵੇਖਦੇ ਹਾਂ ਦਾਨੀਅਲ, ਜਿਸ ਦਾ ਨਾਂ ਬਲੇਸ਼ਰ, 1 ਘੰਟੇ ਲਈ ਉਲਝ ਜਾਂਦਾ ਹੈ ਅਤੇ ਆਪਣੀ ਸੋਚ ਨਾਲ ਦੁਖੀ ਹੁੰਦਾ ਹੈ। ਦਾਨੀਅਲ ਦੇ ਦੁਖੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਸੁਪਨੇ ਦੇ ਬਾਰੇ ਜਾਣਦਾ ਨਹੀਂ ਹੈ। ਸ਼ਾਸਤਰ ਦੇ ਮੁਤਾਬਕ ਮਤਲਬ ਇਹ ਹੈ ਕਿ ਉਹ ਆਪਣੀ ਆਤਮਾ ਵਿੱਚ ਦੁਖੀ ਹੈ। ਕਿਉਂ? ਸੁਣੋ। ਦਾਨੀਅਲ ਨਬੂਕਦਨੇਜ਼ਰ ਨਾਲ 30 ਸਾਲ ਤੋਂ ਰਹਿ ਰਿਹਾ ਸੀ। ਉਹ ਉਸ ਨੂੰ ਆਪਣੇ ਦਿਲ ਨਾਲ ਪਿਆਰ ਕਰਦਾ ਸੀ। ਪਰਮੇਸ਼ਰ ਨੇ ਉਸ ਉੱਪਰ ਪ੍ਰਗਟ ਕੀਤਾ ਕਿ ਤੇਰੇ ਦੋਸਤ ਦਾ ਦੁਖਦ ਅੰਤ ਹੈ। ਦਾਨੀਅਲ ਇਸ ਸੁਪਨੇ ਦੇ ਬਾਰੇ ਬਹੁਤ ਪਰੇਸ਼ਾਨ ਸੀ ਅਤੇ ਨਬੂਕਦਨੇਜ਼ਰ ਨੂੰ ਇਸ ਦੇ ਬਾਰੇ ਕੁਝ ਦੱਸਣਾ ਨਹੀਂ ਚਾਹੁੰਦਾ ਸੀ। ਹੁਣ ਧਿਆਨ ਦਿਵੋ ਉਹ ਕੀ ਆਖਦਾ ਹੈ। ਹੇ ਬਲੇਸ਼ਰ, ਹੇ ਮੇਰੇ ਪ੍ਰਿਥਵੀਨਾਥ, ਸੁਪਨਿਆਂ ਤੇਰੇ ਨਾਲ ਵੈਰ ਰੱਖਣ ਵਾਲਿਆਂ ਲਈ ਤੇ ਉਹਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ। ਤੁਸੀਂ ਇੱਥੇ ਵੇਖ ਰਹੇ ਹੋ ਕਿ ਦਾਨੀਅਲ ਦੇ ਦਿਲ ਵਿੱਚ ਕੀ ਹੋ ਰਿਹਾ ਹੈ। ਉਹ ਜਾਣਦਾ ਸੀ ਕਿ ਪਰਮੇਸ਼ਰ ਉਸ ਦੇ ਦੋਸਤ ਨਬੂਕਦਨੇਜ਼ਰ ਨਾਲ ਕੀ ਕਰਨ ਜਾ ਰਿਹਾ ਹੈ, ਪਰ ਉਹ ਇਸ ਸਚਾਈ ਨੂੰ ਉਸ ਉੱਪਰ ਪ੍ਰਗਟ ਨਹੀਂ ਕਰਨਾ ਚਾਹੁੰਦਾ ਸੀ। ਦਾਨੀਅਲ ਇਸ ਤਰ੍ਹਾਂ ਸਾਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਸਮਝਾਈਏ ਕਿ ਪਰਮੇਸ਼ਰ ਦਾ ਨਿਆਂ ਤੁਹਾਡੇ ਉੱਤੇ ਆਉਣ ਵਾਲਾ ਹੈ। ਸਾਨੂੰ ਚਾਹੀਦਾ ਹੈ ਕਿ ਦੁਖੀ ਦਿਲ ਨਾਲ ਉਹਨੂੰ ਸਮਝਾਈਏ ਕਿ ਤੁਹਾਡੇ ਪਾਪਾਂ ਉੱਤੇ ਦਇਆ ਕੀਤੀ ਜਾ ਸਕਦੀ ਹੈ। ਦਾਨੀਅਲ ਇੱਕ ਹਮਦਰਦੀ ਵਾਲਾ ਦਿਲ ਰੱਖਦਾ ਸੀ ਅਤੇ ਇਸ ਲਈ ਉਹ ਰਾਜੇ ਨੂੰ ਦੱਸਣਾ ਨਹੀਂ ਚਾਹੁੰਦਾ ਸੀ ਕਿ ਉਸ ਦੇ ਨਾਲ ਕੀ ਹੋਣ ਜਾ ਰਿਹਾ ਹੈ। ਮੈਂ ਇਸੇ ਹਫ਼ਤੇ ਇੱਕ ਖਬਰ ਪੜ੍ਹੀ ਜੋ ਦੱਸਦੀ ਹੈ ਕਿ ਲੰਦਨ ਵਿੱਚ ਵਿਸ਼ੇਸ਼ ਵਿਅਕਤੀਆਂ ਦਾ ਇਕੱਠ ਹੋਇਆ ਅਤੇ ਉਹਨਾਂ ਵਿੱਚ ਇੱਕ ਜਵਾਨ ਔਰਤ ਨੇ ਰਾਤ ਨੂੰ ਪਰਮੇਸ਼ਰ ਦੀ ਮਹਿਮਾ ਲਈ ਡਾਂਸ ਕੀਤਾ ਅਤੇ ਹਰੇਕ ਆਦਮੀ ਖੁਸ਼ੀ ਨਾਲ ਭਰ ਗਿਆ। ਉਸ ਮੀਟਿੰਗ ਦੇ ਬਾਅਦ ਇੱਕ ਪਾਸਟਰ, ਜਿਸ ਦਾ ਨਾਮ ਸੀਜ਼ਰ ਮਿਲਨ ਸੀ, ਉਸਨੇ ਹਿੰਮਤ ਕਰਕੇ ਉਸ ਔਰਤ ਨੂੰ ਆਖਿਆ, ਤੂੰ ਪਰਮੇਸ਼ਰ ਦੀ ਨਿਗਾਹ ਵਿੱਚ ਇੱਕ ਪਾਪੀ ਔਰਤ ਹੈ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਯਿਸੂ ਮਸੀਹ ਦਾ ਲਹੂ ਤੈਨੂੰ ਤੇਰੇ ਪਾਪਾਂ ਤੋਂ ਤੈਨੂੰ ਸ਼ੁੱਧ ਕਰ ਸਕਦਾ ਹੈ। ਉਹ ਔਰਤ ਇਸ ਗੱਲ ਤੋਂ ਬਹੁਤ ਦੁਖੀ ਹੋਈ ਅਤੇ ਬੁੜਬੁੜਾਉਂਦੇ ਚਲੀ ਗਈ।
ਪਰ ਉਸ ਦੇ ਜਾਂਦੇ ਜਾਂਦੇ ਮੈਂ ਉਸ ਨੂੰ ਆਖਿਆ, ਹੇ ਔਰਤ, ਮੇਰੇ ਕਹਿਣ ਦਾ ਮਤਲਬ ਇਹ ਹੈ, ਕੋਈ ਪਾਪ ਨਹੀਂ, ਜੇ ਤੂੰ ਮੰਨ ਲਵੇ ਪਰਮੇਸ਼ਰ ਦਾ ਆਤਮਾ ਤੇਰੇ ਤੇ ਦੋਸ਼ ਨਹੀਂ ਲਗਾਏਗਾ। ਉਹ ਔਰਤ ਸੁਣ ਕੇ ਆਪਣੇ ਘਰ ਚਲੀ ਗਈ ਅਤੇ ਆਪਣੇ ਬਿਸਤਰ ਤੇ ਲੇਟ ਗਈ, ਪਰ ਉਹ ਸੋ ਨਾ ਸਕੀ। ਪਾਸਟਰ ਉਹਦੀਆਂ ਅੱਖਾਂ ਸਾਹਮਣੇ ਸੀ ਅਤੇ ਉਸ ਦੇ ਸ਼ਬਦ ਆਪਣੇ ਕੰਨਾਂ ਨਾਲ ਸੁਣ ਰਹੀ ਸੀ। ਰਾਤ ਦੇ 2 ਵਜੇ, ਜੋ ਸਵੇਰ ਦਾ ਸਮੇਂ ਹੁੰਦਾ ਹੈ, ਉਸ ਨੇ ਕਾਗਜ਼ ਲਿਆ ਅਤੇ ਉਸ ਉੱਤੇ ਲਿਖਿਆ, ਹਾਂ, ਮੈਂ ਪਾਪੀ ਹਾਂ, ਪਰ ਇਹ ਜਾਣਦੀ ਹਾਂ ਕਿ ਯਿਸੂ ਮਸੀਹ ਦਾ ਲਹੂ ਮੈਨੂੰ ਪਾਕ ਸਾਫ਼ ਕਰ ਸਕਦਾ ਹੈ, ਕਿਉਂ ਜੋ ਉਹ ਪਰਮੇਸ਼ਰ ਦਾ ਮੇਮਨਾ ਹੈ। ਉਸ ਦੀ ਇਸ ਲਿਖਤ ਨੇ ਉਸ ਨੂੰ ਛੁਟਕਾਰਾ ਦਿੱਤਾ, ਕਿਉਂ ਜੋ ਉਸ ਪਾਸਟਰ ਨੇ ਉਸ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਨਹੀਂ ਜਾਣਦਾ ਅੱਜ ਦੀ ਸੇਵਕਾਈ ਕੀ ਅਸਰ ਲਿਆ ਰਹੀ ਹੈ। ਦਾਨੀਏਲ ਐਤ 20 ਵਿੱਚ ਆਖਦਾ ਹੈ, ਉਹ ਰੁੱਖ ਜੋ ਤੁਸਾਂ ਡਿੱਠਾ, ਕੀ ਉਹ ਵਧਿਆ ਤੇ ਤਕੜਾ ਹੋਇਆ, ਜਿਹਦੀ ਚੋਟੀ ਆਕਾਸ਼ ਤਾਈਂ ਅੱਪੜੀ ਤੇ ਉਹ ਧਰਤੀ ਦੇ ਕੰਢਿਆਂ ਤਿਕਰ ਵਿਖਾਈ ਦਿੰਦਾ ਸੀ, ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤ ਸੀ, ਜਿਹਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਹਦੇ ਹੇਠਾਂ ਜੰਗਲੀ ਜਾਨਵਰ ਬਹਿੰਦੇ ਅਤੇ ਜਿਹਦੀਆਂ ਟਾਹਣੀਆਂ ਵਿੱਚ ਆਕਾਸ਼ ਦੇ ਪੰਛੀ ਵਸੇਰਾ ਕਰਦੇ ਸਨ। ਐਤ 21 ਤੋਂ 23 ਨੂੰ ਧਿਆਨ ਦੇ ਨਾਲ ਸੁਣੋ। ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤ ਹੀ ਸੀ, ਜਿਸ ਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਹਦੇ ਹੇਠਾਂ ਜੰਗਲੀ ਜਾਨਵਰ ਬਹਿੰਦੇ ਅਤੇ ਜਿਹਦੀਆਂ ਟਹਿਣੀਆਂ ਵਿੱਚ ਆਕਾਸ਼ ਦੇ ਪੰਛੀ ਵਸੇਰਾ ਕਰਦੇ ਸਨ, ਉਹ ਤੂੰ ਹੀ ਹੈ। ਹੇ ਰਾਜਾ, ਉਹ ਤੁਸੀਂ ਹੀ ਹੋ, ਜਿਹੜੇ ਵਧੇ ਅਤੇ ਤਕੜੇ ਹੋਏ, ਕਿਉਂ ਜੋ ਤੁਹਾਡੀ ਬਜ਼ੁਰਗੀ ਵਧੀ ਹੋਈ ਹੈ ਤੇ ਆਕਾਸ਼ ਤੀਕਰ ਉੱਪੜ ਗਈ ਹੈ, ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਪਹੁੰਚਿਆ ਹੈ। ਅਤੇ ਜੋ ਮਹਾਰਾਜ ਨੇ ਇੱਕ ਰਾਖੇ ਨੂੰ, ਇੱਕ ਪਵਿੱਤਰ ਜਨ ਨੂੰ ਆਕਾਸ਼ੋਂ ਉਤਰਦੇ ਅਤੇ ਇਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹਦਾ ਸਤਿਆਨਾਸ਼ ਕਰ ਸੁੱਟੋ, ਤਾਂ ਵੀ ਜ਼ਮੀਨ ਵਿੱਚ ਉਹਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਸਗੋਂ ਉਹਨੂੰ ਲੋਹੇ ਤੇ ਪਿੱਤਲ ਦੇ ਸਮਾਂ ਨਾਲ ਬੰਨਿਆ ਹੋਇਆ ਹਰੇ ਘਾਹ ਵਿੱਚ ਰਹਿਣ ਦਿਓ, ਕਿ ਉਹ ਆਕਾਸ਼ ਦੀ ਤ੍ਰੇ ਨਾਲ ਤਰ ਹੋਵੇ ਅਤੇ ਜਦ ਠੀਕ 7 ਸਮੇਂ ਉਹਦੇ ਉੱਤੇ ਨਾ ਬੀਤਣ, ਉਹਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ। ਪਰਮੇਸ਼ਰ ਰਾਜੇ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਆਪਣੇ ਪਾਪਾਂ ਦੀ ਮਾਫੀ ਮੰਗ ਲੈ ਅਤੇ ਗਰੀਬਾਂ ਤੇ ਦਇਆ ਕਰ। ਭਾਗ ਊੜਾ। ਪਰਮੇਸ਼ਰ ਨੇ ਨਬੂਕਦਨੇਜ਼ਰ ਨੂੰ ਚੇਤਾਵਨੀ ਦੇਣ ਲਈ ਸਵਰਗਦੂਤ ਭੇਜਿਆ। 5 ਚੀਜ਼ਾਂ ਹਨ ਜੋ ਪਰਮੇਸ਼ਰ ਦੀ ਦਇਆ ਨੂੰ ਪ੍ਰਗਟ ਕਰਦੀਆਂ ਹਨ, ਜਿਸ ਤਰ੍ਹਾਂ ਉਸ ਨੇ ਨਬੂਕਦਨੇਜ਼ਰ ਨਾਲ ਵਿਹਾਰ ਕੀਤਾ। ਸਭ ਤੋਂ ਪਹਿਲਾਂ ਤੁਸੀਂ ਵੇਖਿਆ ਕਿ ਪਰਮੇਸ਼ਰ ਨੇ ਸਮੇਂ ਤੋਂ ਪਹਿਲਾਂ ਆਪਣੇ ਸਵਰਗਦੂਤ ਭੇਜ ਕੇ ਨਬੂਕਦਨੇਜ਼ਰ ਨੂੰ ਚੇਤਾਵਨੀ ਦਿੱਤੀ ਕਿ ਉਸ ਦੇ ਨਾਲ ਕੀ ਹੋਣ ਜਾ ਰਿਹਾ ਹੈ। ਮੈਂ ਤੁਹਾਨੂੰ ਦਾਨੀਏਲ ਦੀ ਕਿਤਾਬ ਤੋਂ ਪਹਿਲਾਂ ਕਈ ਵਾਰ ਦੱਸ ਚੁੱਕਾ ਹਾਂ ਕਿ ਪਰਮੇਸ਼ਰ ਨਿਆਂ ਕਰਨ ਤੋਂ ਪਹਿਲਾਂ ਸਾਨੂੰ ਚੇਤਾਵਨੀ ਦਿੰਦਾ ਹੈ, ਅਤੇ ਇਸ ਤਰ੍ਹਾਂ ਹੀ ਉਸ ਨੇ ਨਬੂਕਦਨੇਜ਼ਰ ਨਾਲ ਵੀ ਕੀਤਾ। ਭਾਗ ਐੜਾ। ਪਰਮੇਸ਼ਰ ਨੇ ਉਹਨੂੰ ਮੌਕਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਬਦਲ ਦੇਵੇ। ਦੂਸਰੀ ਗੱਲ ਜੋ ਧਿਆਨ ਦੇਣ ਦੇ ਲਾਇਕ ਹੈ, ਉਸ ਨੂੰ ਮੌਕਾ ਦਿੱਤਾ ਗਿਆ ਕਿ ਉਹ ਸਭ ਕੁਝ ਠੀਕ ਠਾਕ ਕਰ ਲਵੇ। ਅਗਲੀ ਐਤ ਵਿੱਚ ਅਸੀਂ ਵੇਖਦੇ ਹਾਂ ਕਿ ਉਸ ਨੂੰ ਪੂਰਾ 1 ਸਾਲ ਲਈ ਸਮੇਂ ਦਿੱਤਾ ਗਿਆ। ਇਹ ਉਸ ਲਈ ਪਰਮੇਸ਼ਰ ਵੱਲੋਂ ਦਇਆ ਦਾ ਸਮੇਂ ਸੀ, ਅਤੇ ਉਸ ਨੇ ਆਖਿਆ, ਜੇ ਤੂੰ ਸਭ ਕੁਝ ਠੀਕ ਠਾਕ ਕਰ ਲਵੇਂ ਅਤੇ ਧਰਮੀ ਬਣ ਜਾਵੇਂ ਅਤੇ ਗਰੀਬਾਂ ਨੂੰ ਤੰਗ ਨਾ ਕਰੇ, ਤਾਂ ਤੇਰਾ ਨਿਆਂ ਨਹੀਂ ਕੀਤਾ ਜਾਵੇਗਾ। ਭਾਗ ਈੜੀ। ਪਰਮੇਸ਼ਰ ਨੇ ਉਹਨੂੰ ਸਮਝਾਇਆ ਕਿ ਉਹ ਪਛਤਾਪ ਕਰੇ ਅਤੇ ਨਿਆਂ ਤੋਂ ਬਚ ਜਾਵੇ। ਐਤ 27 ਵਿੱਚ ਦਾਨੀਏਲ ਆਖਦਾ ਹੈ, ਇਸੇ ਕਾਰਨ ਹੇ ਰਾਜਾ, ਮੇਰੀ ਸਲਾਹ ਤੁਹਾਡੇ ਮਨਪਸੰਦ ਹੋਵੇ। ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਇਆ ਕਰਨ ਨਾਲ ਟਾਲ ਦਿਓ, ਸ਼ਾਇਦ ਇਉਂ ਹੀ ਤੁਹਾਡਾ ਸੁੱਖ ਚਿਰ ਤੱਕ ਬਣਿਆ ਰਹੇ। ਭਾਗ ਸੱਸਾ। ਪਰਮੇਸ਼ਰ ਨੇ ਦੰਡ ਦੇਣ ਦਾ ਸਮਾਂ ਸੀਮਤ ਕੀਤਾ। ਉਸ ਨੂੰ ਸਮਾਂ ਦਿੱਤਾ ਗਿਆ ਸੀ ਕਿ ਉਹ ਸਭ ਕੁਝ ਠੀਕ ਠਾਕ ਕਰ ਲਵੇ, ਅਤੇ ਦੱਸ ਦਿੱਤਾ ਗਿਆ ਸੀ ਕਿ ਉਸ ਉੱਪਰ ਦੰਡ ਆਉਣ ਵਾਲਾ ਹੈ। ਭਾਗ ਈੜੀ। ਰਾਜੇ ਦੇ ਰਾਜ ਦੀ ਬਹਾਲੀ ਦਾ ਵਾਅਦਾ। ਅੰਤ ਵਿੱਚ ਉਸ ਨਾਲ ਵਾਅਦਾ ਕੀਤਾ ਗਿਆ ਸੀ, ਉਸ ਦੇ ਰਾਜ ਦੀ ਬਹਾਲੀ ਕਰ ਦਿੱਤੀ ਜਾਵੇਗੀ ਜੇ ਉਹ ਪਰਮੇਸ਼ਰ ਦੇ ਸੰਦੇਸ਼ ਉੱਤੇ ਧਿਆਨ ਕਰੇ। ਨੰਬਰ 5, ਸੁਪਨੇ ਦੀ ਸਮਝ। ਦੁੱਖ ਦੀ ਗੱਲ ਇਹ ਹੈ, ਸੁਪਨੇ ਵਿੱਚ ਸਮਝ ਦਿੱਤੀ ਗਈ।
ਪਰ ਨਬੂਕਦਨੇਜ਼ਰ ਨੇ ਪਛਤਾਪ ਨਾ ਕੀਤਾ। ਐਤ 28 ਵੱਲ ਧਿਆਨ ਕਰੋ। ਇਹ ਸਭੇ ਕੁਝ ਨਬੂਕਦਨੇਜ਼ਰ ਰਾਜਾ ਉੱਤੇ ਬੀਤਿਆ। ਹੁਣ ਜਰਾ ਥੋੜ੍ਹੀ ਦੇਰ ਲਈ ਰੁਕੋ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਸਮਝ ਆ ਜਾਵੇ ਕਿ ਨਬੂਕਦਨੇਜ਼ਰ ਦੇ ਜੀਵਨ ਵਿੱਚ ਕੀ ਹੋ ਰਿਹਾ ਸੀ। ਇਸ ਲਈ ਮੈਂ ਤੁਹਾਨੂੰ ਕੁਝ ਬੇਬੀਲੋਨ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਬੇਬੀਲੋਨ ਇੱਕ ਸ਼ਹਿਰ ਸੀ ਜਿਸ ਦੇ ਚਾਰੇ ਪਾਸੇ ਦੀਵਾਰਾਂ ਸਨ, ਜਿਨ੍ਹਾਂ ਦੀ ਉਚਾਈ 387 ਫੁੱਟ ਸੀ। ਇਹ ਦੀਵਾਰਾਂ 87 ਫੁੱਟ ਮੋਟੀਆਂ ਸਨ। ਚਾਰੇ ਪਾਸੇ ਦੀਆਂ ਦੀਵਾਰਾਂ ਦੀ ਲੰਬਾਈ 15 ਮੀਲ ਸੀ। ਸ਼ਹਿਰ ਦੇ ਵਿੱਚੋਂ ਇੱਕ ਨਦੀ ਨਿਕਲਦੀ ਸੀ। ਸ਼ਹਿਰ ਦੇ ਠੀਕ ਵਿਚਕਾਰ ਬੇਲ ਦੇਵਤਾ ਦਾ ਇੱਕ ਵੱਡਾ ਮੰਦਰ ਸੀ ਅਤੇ ਹੋਰ ਵੀ ਕਈ ਮੰਦਰ ਸਨ। ਇਸ ਸ਼ਹਿਰ ਵਿੱਚ ਬਹੁਤ ਸੋਹਣੇ ਬਗੀਚੇ ਸਨ। ਸ਼ਹਿਰ ਦੇ ਆਲੇ ਦੁਆਲੇ ਦੀਆਂ ਦੀਵਾਰਾਂ ਦੀ ਮੋਟਾਈ ਇੰਨੀ ਸੀ ਕਿ ਉਹਨਾਂ ਦੇ ਉੱਪਰ 4 ਰੱਥ ਨਾਲ ਚੱਲ ਸਕਦੇ ਸਨ। ਨਬੂਕਦਨੇਜ਼ਰ ਨੇ ਹੈਗੀਰਾ ਗਾਰਡਨ ਬਣਾ ਕੇ ਆਪਣੀ ਪਤਨੀ ਨੂੰ ਉਪਹਾਰ ਦੇ ਰੂਪ ਵਿੱਚ ਦਿੱਤਾ ਸੀ। ਬੇਬੀਲੋਨ ਸੱਚਮੁੱਚ ਬਹੁਤ ਹੀ ਸੋਹਣੀ ਜਗ੍ਹਾ ਸੀ। ਸ਼ਾਸਤਰ ਦੱਸਦਾ ਹੈ ਨਬੂਕਦਨੇਜ਼ਰ ਇੱਕ ਵਾਰ ਉੱਥੇ ਸੈਰ ਕਰਦੇ ਹੋਏ ਕਹਿੰਦਾ ਹੈ, ਐਤ 30, ਤਾਂ ਰਾਜਾ ਨੇ ਆਖਿਆ ਕਿ ਇਹ ਉਹ ਵੱਡਾ ਬਾਬਲ ਨਹੀਂ ਜਿਹਨੂੰ ਮੈਂ ਆਪਣੀ ਸ਼ਕਤੀ ਦੇ ਵੱਲ ਨਾਲ ਮਹਾਰਾਜਾ ਦੇ ਵਾਸ ਲਈ ਬਣਾਇਆ ਹੈ। ਭਾਈ ਮੇਰੀ ਮਹਿਮਾ ਦੀ ਵਡਿਆਈ ਹੋਵੇ। ਅਤੇ ਜਿਸ ਤਰ੍ਹਾਂ ਹੀ ਉਸ ਨੇ ਆਪਣੇ ਬਾਰੇ ਇੱਕ ਘਮੰਡ ਕੀਤਾ, ਮਨੋਂ ਇੱਕ ਗਰਜਨ ਹੋਈ ਅਤੇ ਧਰਤੀ ਫਟੀ ਅਤੇ ਤਾਸ਼ ਦੇ ਪੱਤਿਆਂ ਦਾ ਖੇਡ ਖਤਮ ਹੋ ਗਿਆ। ਸ਼ਾਸਤਰ ਐਤ 31 ਵਿੱਚ ਦੱਸਦਾ ਹੈ, ਰਾਜਾ ਇਹ ਗੱਲ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ ਹੇ ਨਬੂਕਦਨੇਜ਼ਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋਇਆ ਕਿ ਰਾਜ ਤੇਤੋਂ ਲੈ ਲਿਆ ਹੈ। ਇੱਕ ਘੜੀ ਉਹ ਆਪਣੇ ਦੁਆਰਾ ਬਣਾਏ ਹੋਏ ਬੇਬੀਲੋਨ ਨੂੰ ਵੇਖ ਕੇ ਵਾਹ-ਵਾਹ ਕਰ ਰਿਹਾ ਸੀ ਅਤੇ ਉਸੇ ਘੜੀ ਉਸ ਦਾ ਵਾਸ ਖੇਤ ਦੇ ਪਸ਼ੂਆਂ ਨਾਲ ਹੋ ਗਿਆ। ਸ਼ਾਸਤਰ ਦੱਸਦਾ ਹੈ ਉਹ ਘਾਹ ਖਾਂਦਾ ਸੀ ਅਤੇ ਬਲਦ ਵਾਂਗ ਉਸ ਉੱਤੇ ਭਾਰ ਆ ਪਿਆ। ਜਦ ਨਬੂਕਦਨੇਜ਼ਰ ਨੇ ਆਖਿਆ, ਮੇਰੇ ਵੱਲ ਵੇਖੋ ਕਿ ਮੈਂ ਕੀ ਕੁਝ ਕੀਤਾ ਹੈ, ਪਰਮੇਸ਼ਰ ਨੇ ਉਸੇ ਘੜੀ ਉਸ ਦਾ ਨਿਆਂ ਕਰ ਦਿੱਤਾ ਅਤੇ ਉਸ ਨੂੰ ਸਭ ਤੋਂ ਨੀਵੇਂ ਸਤਰ ਤੇ ਲੈ ਆਂਦਾ ਅਤੇ ਇਸ ਹਾਲ ਵਿੱਚ ਹੀ ਜੀਵਤ ਰਹੇ। ਇੱਕ ਇਤਿਹਾਸਕਾਰ ਵਿਕਟਰ ਹੋਗੋ ਨੇ ਨਪੋਲੀਅਨ ਦੇ ਬਾਰੇ ਇੱਕ ਅੱਛੀ ਕਹਾਣੀ ਲਿਖੀ ਹੈ। ਜਦ ਉਹ ਬਟਰਲੂ ਦੇ ਮੈਦਾਨ ਵਿੱਚ ਯੁੱਧ ਦੀ ਤਿਆਰੀ ਕਰ ਰਿਹਾ ਸੀ, ਉਹ ਆਪਣੇ ਅਧੀਨ ਕਮਾਂਡਰਾਂ ਨੂੰ ਆਖ ਰਿਹਾ ਸੀ, ਪੈਦਲ ਫੌਜ ਇੱਥੇ ਖੜੀ ਕਰੋ, ਘੋੜਸਵਾਰ ਉੱਥੇ ਖੜੇ ਕਰੋ। ਉਹ ਆਖ ਰਿਹਾ ਸੀ ਕਿ ਇੰਗਲੈਂਡ ਅੱਜ ਸ਼ਾਮ ਤੱਕ ਫਰਾਂਸ ਦੇ ਕਬਜ਼ੇ ਵਿੱਚ ਆ ਜਾਵੇਗਾ ਅਤੇ ਵਿਲੀਗਟਨ ਮੇਰਾ ਕੈਦੀ ਬਣ ਜਾਵੇਗਾ। ਉਸੇ ਵੇਲੇ ਕਮਾਂਡਿੰਗ ਅਫਸਰ ਨੇ ਆਖਿਆ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਨੁੱਖ ਆਪਣਾ ਪ੍ਰਸਤਾਵ ਪੇਸ਼ ਕਰ ਸਕਦਾ ਹੈ, ਪਰ ਇਸ ਦਾ ਨਿਪਟਾਰਾ ਪਰਮੇਸ਼ਰ ਕਰ ਦਿੰਦਾ ਹੈ। ਪਰਮੇਸ਼ਰ ਨੇ ਬਾਰਿਸ਼ ਨੂੰ ਭੇਜਿਆ ਅਤੇ ਔਲੇ ਪੈਣੇ ਸ਼ੁਰੂ ਹੋ ਗਏ। ਜੋ ਵੀ ਤਿਆਰੀ ਨਪੋਲੀਅਨ ਨੇ ਕੀਤੀ ਸੀ ਉਹ ਤਹਿਸ ਨਹਿਸ ਹੋ ਗਈ। ਵਿਲੀਗਟਨ ਨੇ ਨਪੋਲੀਅਨ ਨੂੰ ਆਪਣੇ ਕੈਦੀ ਬਣਾ ਲਿਆ ਅਤੇ ਫਰਾਂਸ ਇੰਗਲੈਂਡ ਦੇ ਪੈਰਾਂ ਹੇਠਾਂ ਆ ਗਿਆ। ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਬੜਾ ਭਿਅੰਕਰ ਹੁੰਦਾ ਹੈ। ਅਸੀਂ ਨਬੂਕਦਨੇਜ਼ਰ ਨੂੰ ਵੇਖਿਆ, ਇੱਕ ਮਹਾਨ ਸ਼ਾਸਕ, ਬੇਬੀਲੋਨ ਦਾ ਰਾਜਾ ਪਲ ਵਿੱਚ ਹੀ ਨੀਵੇਂ ਸਤਰ ਤੇ ਪਹੁੰਚ ਗਿਆ। ਨੰਬਰ 6, ਰਾਜੇ ਦੀ ਬਹਾਲੀ। ਇਹ ਕਹਾਣੀ ਦਾ ਅੰਤ ਨਹੀਂ ਹੈ। ਆਖਰੀ ਚੀਜ਼ ਜੋ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈ ਰਾਜੇ ਦੀ ਬਹਾਲੀ। ਇਸ ਦੀ ਸ਼ੁਰੂਆਤ ਐਤ 34 ਵਿੱਚ ਹੁੰਦੀ ਹੈ। ਉਹਨਾਂ ਦਿਨਾਂ ਦੇ ਬੀਤਣ ਉੱਤੇ ਮੈਂ ਨਬੂਕਦਨੇਜ਼ਰ ਨੇ ਆਪਣੀਆਂ ਅੱਖੀਆਂ ਆਕਾਸ਼ ਵੱਲ ਚੁੱਕੀਆਂ। ਕੀ ਇਹ ਬੜੀ ਅਜੀਬ ਗੱਲ ਨਹੀਂ ਹੈ ਕਿ ਇੱਕ ਬਲਦ ਸਵਰਗ ਵੱਲ ਵੇਖਦਾ ਹੈ? ਉਹ ਤਾਂ ਹਮੇਸ਼ਾ ਹੇਠਾਂ ਹੀ ਵੇਖਦਾ ਹੈ। ਪਰ ਜਦ ਪਰਮੇਸ਼ਰ ਨਬੂਕਦਨੇਜ਼ਰ ਨਾਲ ਹੋ ਗਿਆ, ਤਦ ਉਸਨੇ ਉਸ ਨੂੰ ਉੱਪਰ ਵੇਖਣ ਦੀ ਦ੍ਰਿਸ਼ਟੀ ਦਿੱਤੀ ਅਤੇ ਉਸਨੇ ਸਵਰਗ ਵੱਲ ਵੇਖਿਆ। ਉਸ ਦੀ ਸਮਝ ਫਿਰ ਮੁੜ ਆਈ ਅਤੇ ਉਸਨੇ ਅਤਿ ਮਹਾਨ ਦਾ ਧੰਨਵਾਦ ਕੀਤਾ। ਉਸ ਦੀ ਵਡਿਆਈ ਅਤੇ ਆਦਰ ਕਰਕੇ ਆਖਿਆ, ਜਿਹਦੀ ਸਰਦਾਰੀ ਸੰਦੀਪਕ ਸਰਦਾਰੀ ਹੈ ਅਤੇ ਜਿਹਦਾ ਰਾਜ ਪੀੜ੍ਹੀਓਂ ਪੀੜ੍ਹੀ ਹੈ। ਨਬੂਕਦਨੇਜ਼ਰ ਅੱਗੇ ਆਖਦਾ ਹੈ, ਧਰਤੀ ਦੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ ਅਤੇ ਉਹ ਸਵਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਉਹ ਕਰਦਾ ਹੈ ਅਤੇ ਕੋਈ ਨਹੀਂ ਜੋ ਉਹਦੇ ਹੱਥ ਨੂੰ ਰੋਕ ਸਕੇ ਜਾਂ ਉਹਨੂੰ ਆਖੇ ਤੂੰ ਕੀ ਕਰਦਾ ਹੈ। ਉਸੇ ਵੇਲੇ ਮੇਰੀ ਸਮਝ ਫਿਰ ਮੁੜ ਆਈ ਅਤੇ ਮੇਰੇ ਰਾਜ ਦਾ ਪ੍ਰਤਾਪ ਲਈ ਮੇਰਾ ਆਦਰ ਅਤੇ
ਮੈਦਾ ਦਬਕਾ ਫਿਰ ਮੇਰੇ ਵਿੱਚ ਆ ਗਿਆ ਅਤੇ ਮੇਰੇ ਸਲਾਹਕਾਰਾਂ ਤੇ ਪ੍ਰਧਾਨਾਂ ਨੇ ਮੈਨੂੰ ਫਿਰ ਲੱਭ ਲਿਆ ਅਤੇ ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪ੍ਰਤਾਪ ਮੈਨੂੰ ਮਿਲਦਾ ਜਾਂਦਾ ਸੀ। ਹੁਣ ਮੈਂ ਨਬੁਕਦਨਜ਼ਰ ਅਕਾਦ ਦੇ ਮਹਾਰਾਜ ਦੀ ਵਡਿਆਈ ਤੇ ਮਹਿਮਾ ਤੇ ਆਦਰ ਕਰਦਾ ਹਾਂ, ਕਿਉਂ ਜੋ ਉਹ ਆਪਣਾ ਸਭਨਾ ਕੰਮਾਂ ਵਿੱਚ ਸੱਤ ਅਤੇ ਆਪਣੇ ਸਾਰੇ ਰਾਹਾਂ ਵਿੱਚ ਨਿਉਕਾਰ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ। ਸ਼ਾਸਤਰ ਦੱਸਦਾ ਹੈ ਨਬੁਕਦਨਜ਼ਰ ਦੇ ਰਾਜ ਨੂੰ ਬਹਾਲ ਕਰ ਦਿੱਤਾ ਗਿਆ। ਇਸ ਕਹਾਣੀ ਵਿੱਚ ਇਸ ਗੱਲ ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ ਕਿ ਉਸ ਦੇ ਗੱਦੀ ਤੋਂ ਉਤਰਨ ਤੋਂ ਬਾਅਦ 7 ਸਾਲ ਤੱਕ ਉਸ ਦਾ ਰਾਜ ਕਿਸੇ ਦੂਜੇ ਦੇਸ਼ ਦੇ ਹਾਕਮ ਨੂੰ ਨਹੀਂ ਦਿੱਤਾ ਗਿਆ, ਪਰ ਉਸ ਲਈ ਇਹ ਸੁਰੱਖਿਅਤ ਰੱਖਿਆ ਗਿਆ ਅਤੇ ਇੰਜ ਲੱਗਦਾ ਹੈ ਕਿ ਸਾਰਾ ਕੰਮਕਾਜ ਸ਼ਾਇਦ ਦਾਨੀਏਲ ਨੇ ਹੀ ਸੰਭਾਲਿਆ ਹੋਵੇਗਾ। ਅਸੀਂ ਇਸ ਕਹਾਣੀ ਵਿੱਚ ਪਰਮੇਸ਼ਰ ਦੇ ਪ੍ਰਤਾਪ ਨੂੰ ਵੇਖਿਆ। ਉਹਦੀ ਸਰਦਾਰੀ ਸੰਦੀਪਕ ਸਰਦਾਰੀ ਹੈ ਅਤੇ ਉਹਦਾ ਰਾਜ ਪੀੜ੍ਹੀਓਂ ਪੀੜ੍ਹੀ ਹੈ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਉਹ ਚਾਹੁੰਦਾ ਹੈ ਉਹ ਕਰਦਾ ਹੈ। ਸਾਰ ਅਸੀਂ ਇਸ ਕਹਾਣੀ ਵਿੱਚ ਵੇਖਿਆ ਕਿ ਪਰਮੇਸ਼ਰ ਇੱਕ ਮਹਾਨ ਰਾਜੇ ਨਾਲ ਕਿਸ ਤਰ੍ਹਾਂ ਵਿਹਾਰ ਕਰਦਾ ਹੈ। ਘਮੰਡ ਨੇ ਆਪਣਾ ਸ਼ਿਕੰਜਾ ਹਰੇਕ ਤੇ ਪਾਇਆ ਹੋਇਆ ਹੈ। ਜੇ ਅਸੀਂ ਸਾਵਧਾਨ ਨਹੀਂ ਵਰਤਾਂਗੇ ਤਾਂ ਇਸ ਤੋਂ ਬਚ ਨਹੀਂ ਸਕਦੇ। ਅੱਜ ਦੇ ਸ਼ਾਸਕ ਅਤੇ ਨੇਤਾ ਅਤੇ ਇੱਥੋਂ ਤੱਕ ਕਿ ਕਲੀਸਿਆ ਦੇ ਅਗੁਏ ਵੀ ਘਮੰਡ ਕਰਦੇ ਹਨ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਘਮੰਡ ਦੇ ਬਾਰੇ ਕੁਝ ਦੱਸਾਂ ਤਾਂ ਕਿ ਇਹ ਸਾਡੇ ਜੀਵਨ ਵਿੱਚ ਕੰਮ ਨਾ ਕਰ ਪਾਏ। ਤੁਸੀਂ ਸੋਚ ਸਕਦੇ ਹੋ ਪਰਮੇਸ਼ਰ ਨੇ ਸਾਡੇ ਜੀਵਨ ਵਿੱਚ ਇਸ ਦੇ ਬਾਰੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ। ਉਹ ਕਰੇਗਾ ਵੀ ਨਹੀਂ। ਇਸੇ ਹਫ਼ਤੇ ਮੈਂ ਉਪਦੇਸ਼ਕ ਦੀ ਪੋਥੀ ਨੂੰ ਪੜ੍ਹ ਰਿਹਾ ਸੀ ਅਤੇ ਬਹੁਤ ਅੱਛੀ ਗੱਲ ਯਾਦ ਆ ਗਈ। ਆਓ ਉਸ ਨੂੰ ਸੁਣੀਏ। ਉਪਦੇਸ਼ਕ ਦੀ ਪੋਥੀ 8 ਅਧਿਆਇ 11 ਵਚਨ। ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸ਼ੀਆਂ ਦੇ ਮਨ ਪੁੱਜ ਕੇ ਬੁਰਾਈ ਦੀ ਵੱਲ ਹੀ ਲੱਗੇ ਰਹਿੰਦੇ ਹਨ। ਇੱਥੇ ਇਹ ਐਤ ਕੀ ਆਖ ਰਹੀ ਹੈ? ਇਹ ਦੱਸਦੀ ਹੈ ਕੁਝ ਲੋਕ ਆਖਦੇ ਹਨ ਕਿ ਪਰਮੇਸ਼ਰ ਨੇ ਸਾਡੇ ਨਾਲ ਇੰਜ ਕੁਝ ਨਹੀਂ ਕੀਤਾ ਜਿਸ ਤਰ੍ਹਾਂ ਨਬੁਕਦਨਜ਼ਰ ਨਾਲ ਕੀਤਾ। ਅਸੀਂ ਆਪਣੇ ਆਪ ਵਿੱਚ ਆਜ਼ਾਦ ਹਾਂ ਅਤੇ ਪਰਮੇਸ਼ਰ ਸਾਡੇ ਨਾਲ ਕੁਝ ਵੀ ਕਰਨ ਨਹੀਂ ਜਾ ਰਿਹਾ। ਜੇ ਪਰਮੇਸ਼ਰ ਨੇ ਤੁਹਾਡੀ ਬੁਰਾਈ ਦਾ ਨਿਆਂ ਅਜੇ ਨਹੀਂ ਕੀਤਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਡਾ ਨਿਆਂ ਨਹੀਂ ਕਰੇਗਾ। ਪਰਮੇਸ਼ਰ ਦੀਆਂ ਨਜ਼ਰਾਂ ਤੋਂ ਕੋਈ ਬਚ ਨਹੀਂ ਸਕਦਾ। ਉਹ ਤਾਂ ਹਰੇਕ ਦੇ ਦਿਲ ਨੂੰ ਜਾਣ ਲੈਂਦਾ ਹੈ। ਨਬੁਕਦਨਜ਼ਰ ਨੂੰ ਵੀ ਪਰਮੇਸ਼ਰ ਨੇ ਚੇਤਾਵਨੀ ਦਿੱਤੀ ਸੀ, ਪਰ ਉਸ ਨੇ ਇਸ ਦਾ ਇਨਕਾਰ ਕਰ ਦਿੱਤਾ। ਤੁਸੀਂ ਵੇਖ ਹੀ ਲਿਆ ਹੈ ਕਿ ਪਰਮੇਸ਼ਰ ਨੇ ਉਸ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ। ਅਸੀਂ ਤਾਂ ਇਸ ਜੀਵਨ ਵਿੱਚ ਸ਼ਤਰੰਜ ਦੇ ਪਿਆਦਿਆਂ ਵਾਂਗੂ ਹਾਂ, ਪਤਾ ਨਹੀਂ ਕਦ ਡਿੱਗ ਜਾਈਏ। ਸਭ ਕੁਝ ਪਰਮੇਸ਼ਰ ਦੇ ਅਧਿਕਾਰ ਵਿੱਚ ਹੈ ਅਤੇ ਜੋ ਚਾਹੁੰਦਾ ਹੈ ਉਹ ਕਰਦਾ ਹੈ। ਜੇ ਉਹ ਨਬੁਕਦਨਜ਼ਰ ਨੂੰ, ਜੋ ਇੱਕ ਮਹਾਨ ਸ਼ਕਤੀਸ਼ਾਲੀ ਰਾਜਾ ਸੀ, ਨੂੰ ਸਬਕ ਸਿਖਾਉਣ ਲਈ ਪਸ਼ੂ ਦੇ ਸਤਰ ਤੱਕ ਪਹੁੰਚਾ ਸਕਦਾ ਹੈ ਤਾਂ ਉਹ ਕਿਸੇ ਨਾਲ ਕੁਝ ਵੀ ਕਰ ਸਕਦਾ ਹੈ। ਉਸ ਦੀ ਸਰਦਾਰੀ ਸੰਦੀਪਕ ਸਰਦਾਰੀ ਹੈ। ਇਸ ਕਿਤਾਬ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਗੱਲ ਕੋਈ ਹੈ ਤਾਂ ਉਹ ਹੈ ਨਬੁਕਦਨਜ਼ਰ ਦੀ ਗਵਾਹੀ। ਉਹ ਆਤਮਹਾਨ ਦਾ ਧੰਨਵਾਦ ਕਰਦਾ ਹੈ ਅਤੇ ਐਲਾਨ ਕਰਦਾ ਹੈ ਉਸ ਦਾ ਰਾਜ ਪੀੜ੍ਹੀਓਂ ਪੀੜ੍ਹੀ ਹੈ। ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ ਅਤੇ ਉਹ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਉਹ ਕਰਦਾ ਹੈ ਅਤੇ ਕੋਈ ਨਹੀਂ ਜੋ ਉਹਦੇ ਹੱਥ ਨੂੰ ਰੋਕ ਸਕੇ ਜਾਂ ਕੋਈ ਉਹਨੂੰ ਆਖੇ ਤੂੰ ਕੀ ਕਰਦਾ ਹੈ। ਰਾਜੇ ਦਾ ਜਗਤ ਲਈ ਇਹ ਆਖਰੀ ਸੰਦੇਸ਼ ਸੀ ਜੋ ਅੱਜ ਵੀ ਸਭ ਦੇਸ਼ਾਂ ਦੇ ਸ਼ਾਸਕਾਂ ਲਈ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 4ਥੇ ਅਧਿਆਇ ਦੇ ਉੱਤੇ ਚਰਚਾ ਕਰ ਰਹੇ ਸੀ। ਅੱਜ ਅਸੀਂ ਜਾਣਿਆ ਕਿ ਰਾਜਾ ਨਬੁਕਦਨੇਸਰ ਨੂੰ ਇੱਕ ਸੁਪਨਾ ਆਉਂਦਾ ਹੈ ਜਿਸ ਦਾ ਅਰਥ ਦਾਨੀਏਲ ਨਬੀ ਉਸ ਨੂੰ ਦੱਸਦਾ ਹੈ। ਇਸ ਦੇ ਵਿੱਚ ਅਸੀਂ ਵੇਖਿਆ ਕਿ ਸਵਰਗ ਤੋਂ ਪਰਮੇਸ਼ਰ ਦਾ ਇੱਕ ਦੂਤ ਇਹ ਫਰਮਾਨ ਲੈ ਕੇ ਆਉਂਦਾ ਹੈ ਕਿ ਇਸ ਫਰਮਾਨ ਤੋਂ ਇਸ ਧਰਤੀ ਦੇ ਸਾਰੇ ਲੋਕ ਇਹ ਜਾਣ ਲੈਣ ਕਿ ਅਤ ਮਹਾਨ ਪਰਮੇਸ਼ਵਰ ਮਨੁੱਖਾਂ ਉੱਤੇ ਸਰਦਾਰੀ ਕਰਦਾ ਹੈ ਅਤੇ ਜਿਸ ਕਿਸੇ ਨੂੰ ਵੀ ਉਹ ਚਾਹੁੰਦਾ ਹੈ ਉਹ ਰਾਜ ਦੇ ਦਿੰਦਾ ਹੈ। ਉਹ ਸਭਨਾਂ ਤੋਂ ਨੀਵੇਂ ਆਦਮੀ ਨੂੰ ਵੀ ਰਾਜ ਸਿੰਘਾਸਨ ਤੇ ਬਿਠਾ ਸਕਦਾ ਹੈ। ਇਸ ਵੱਡੇ ਸ਼ਾਨਦਾਰ ਦਰਖਤ ਦੇ ਬਾਰੇ ਪਰਮੇਸ਼ਵਰ ਦਾ ਸਵਰਗਦੂਤ ਇਹ ਆਦੇਸ਼ ਲੈ ਕੇ ਆਉਂਦਾ ਹੈ ਕਿ ਇਹ ਵੱਡਾ ਪੇੜ ਹੁਣ ਵੱਢਿਆ ਜਾਏਗਾ। ਅਸੀਂ ਸੁਪਨੇ ਦੇ ਪ੍ਰਕਾਸ਼ਨ ਬਾਰੇ ਜਾਣਿਆ
ਅਸੀਂ ਜਾਣਿਆ ਕਿ ਦਾਨੀਅਲ ਰਾਜੇ ਨਬੂਕਦਨੇਸਰ ਦੇ ਨਾਲ 30 ਸਾਲਾਂ ਤੋਂ ਰਹਿ ਰਿਹਾ ਸੀ, ਪਰ ਜੋ ਨਿਆਂ ਰਾਜਾ ਦੇ ਉੱਤੇ ਆਉਣ ਵਾਲਾ ਸੀ ਉਹਨੂੰ ਜਾਣ ਕੇ ਉਹ ਬੜਾ ਹੀ ਦੁਖੀ ਹੋ ਗਿਆ, ਕਿਉਂਕਿ ਪਰਮੇਸ਼ਵਰ ਦੇ ਚੇਤਾਵਨੀ ਦੇਣ ਦੇ ਲਈ ਆਪਣੇ ਸਵਰਗਦੂਤ ਨੂੰ ਉਸ ਨੂੰ ਭੇਜਿਆ ਸੀ। ਪਰਮੇਸ਼ਵਰ ਨਿਆਂ ਕਰਨ ਤੋਂ ਪਹਿਲਾਂ ਮਨੁੱਖ ਨੂੰ ਸੁਧਰਨ ਦਾ ਪੂਰਾ ਮੌਕਾ ਦਿੰਦਾ ਹੈ। ਅਸੀਂ ਜਾਣਿਆ ਕਿ ਪਰਮੇਸ਼ਵਰ ਨੇ ਉਸ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਆਲੇ ਦੁਆਲਿਆਂ ਦੀ ਚੀਜ਼ਾਂ ਨੂੰ ਬਦਲ ਦੇਵੇ, ਉਹ ਪਛਤਾਪ ਕਰੇ ਅਤੇ ਨਿਆਂ ਤੋਂ ਬਚ ਜਾਏ ਅਤੇ ਉਸ ਦੇ ਰਾਜ ਦੀ ਬਹਾਲੀ ਕਰ ਦਿੱਤੀ ਜਾਏਗੀ। ਇਸ ਤੋਂ ਬਾਅਦ ਅਸੀਂ ਸੁਪਨੇ ਦੀ ਸਮਝ ਬਾਰੇ ਜਾਣਿਆ। ਇਹ ਬੜੀ ਹੀ ਦੁੱਖ ਦੀ ਗੱਲ ਹੈ ਕਿ ਉਸ ਨੂੰ ਸੁਪਨੇ ਦੀ ਸਮਝ ਦਿੱਤੀ ਗਈ, ਪਰ ਰਾਜੇ ਨੇ ਪਛਤਾਪ ਨਾ ਕੀਤਾ। ਦੋਸਤੋ, ਅੱਜ ਵੀ ਪਰਮੇਸ਼ਰ ਸਾਨੂੰ ਸਭਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਅੰਦਰ ਸੁਧਾਰ ਲਿਆਉਣ ਦਾ ਮੌਕਾ ਦਿੰਦਾ ਹੈ। ਸਮਝਦਾਰੀ ਇਹੋ ਹੈ ਕਿ ਅਸੀਂ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਨੂੰ ਮੰਨ ਲਈਏ ਅਤੇ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਈਏ, ਤਾਂ ਜੋ ਉਹ ਸਾਨੂੰ ਆਉਣ ਵਾਲੀ ਭਿਅੰਕਰ ਵਿਪਦਾਵਾਂ ਤੋਂ ਬਚਾ ਸਕੇ। ਇਸ ਤੋਂ ਬਾਅਦ ਅਸੀਂ ਦਾਨੀਅਲ ਨਬੀ ਦੀ ਪੁਸਤਕ ਦੇ 5ਵੇਂ ਅਧਿਆਏ ਦੇ ਉੱਤੇ ਵੀ ਗੌਰ ਕੀਤਾ ਸੀ। ਅਸੀਂ ਵੇਖਿਆ ਕਿ ਰਾਜਾ ਨਬੂਕਦਨੇਸਰ ਹੁਣ ਮਰ ਚੁੱਕਾ ਹੈ ਅਤੇ ਉਸ ਦੀ ਰਾਜਗੱਦੀ ਦੇ ਉੱਤੇ ਉਸ ਦਾ ਪੋਤਾ ਬੇਲਸ਼ੇਸਰ ਰਾਜ ਕਰ ਰਿਹਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਭਨਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅਖੀਰ ਤੱਕ ਬਣੇ ਰਹੇ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ, ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ। ਪ੍ਰਭੂ, ਜਿਸ ਤਰ੍ਹਾਂ ਤੁਸੀਂ ਪਿਤਾ ਪਰਮੇਸ਼ਰ ਰਾਜਾ ਨਬੂਕਦਨੇਸਰ ਨੂੰ ਸੁਧਰਨ ਦਾ ਮੌਕਾ ਦਿੱਤਾ, ਉਹਦੇ ਨਾਲ ਸੁਪਨਿਆਂ ਵਿੱਚ ਗੱਲ ਕੀਤੀ। ਪਿਤਾ ਪਰਮੇਸ਼ਰ, ਅਸੀਂ ਵੇਖਿਆ ਕਿ ਉਸਨੇ ਉਸ ਮੌਕੇ ਦਾ ਲਾਭ ਨਹੀਂ ਉਠਾਇਆ, ਲੇਕਿਨ ਪਿਤਾ ਪਰਮੇਸ਼ਰ ਤੁਸੀਂ ਹਰ ਇੱਕ ਵਿਅਕਤੀ ਨੂੰ ਉਹਨਾਂ ਦੇ ਪਾਪਾਂ ਤੋਂ ਮਾਫੀ ਮੰਗਣ ਦਾ ਮੌਕਾ ਦਿੰਦੇ ਹੋ ਔਰ ਉਹਨੂੰ ਸੁਧਾਰਨ ਦਾ ਮੌਕਾ ਦਿੰਦੇ ਹੋ। ਪਿਤਾ ਪਰਮੇਸ਼ਰ, ਮੇਰੀ ਤੁਹਾਡੇ ਅੱਗੇ ਪ੍ਰਾਰਥਨਾ ਹੈ, ਸਾਡੇ ਜੀਵਨਾਂ ਵਿੱਚ, ਸਾਡੇ ਦਰਸ਼ਕਾਂ ਦੇ ਜੀਵਨਾਂ ਵਿੱਚ ਜਿੱਥੇ ਕਿਤੇ ਵੀ ਕਮੀ ਘਟੀਆਂ ਹੈ, ਜਿਨ੍ਹਾਂ ਕਰਕੇ ਉਹਨਾਂ ਦੀ ਬਰਕਤਾਂ, ਉਹਨਾਂ ਦੀ ਆਸ਼ੀਸ਼ਾਂ ਰੁਕਦੀਆਂ, ਪ੍ਰਭੂ ਉਹਨਾਂ ਸਾਰੀਆਂ ਕਮੀਆਂ ਘਟੀਆਂ ਨੂੰ ਦੂਰ ਕਰੋ ਔਰ ਪਿਤਾ ਪਰਮੇਸ਼ਰ ਸਾਨੂੰ ਪਛਤਾਪੀ ਦਿਲ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।